ਸਟੀਮ ਕਿਚਨ ਦੀ ਗੱਲ ਕੀਤੀ ਸੀ, ਉਹਦੀ ਵੀ ਕਾਰਵਾਈ ਸਾਡੀ ਚੱਲ ਪਈ ਹੈ। ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਉਹਨਾਂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਾਰੀ ਸੇਵਾ ਅਸੀਂ ਕਰਾਵਾਂਗੇ। ਉੱਤੇ ਕਿੰਨਾ ਖਰਚ ਹੁੰਦਾ ਹੈ ਉਹਦਾ ਐਸਟੀਮੇਟ ਲੱਗ ਰਿਹਾ ਹੈ ਜਰਮਨ ਤੋਂ, ਕਿਉਂਕਿ ਉਹ ਸਾਰੀਆਂ ਮਸ਼ੀਨਾਂ ਮੰਗਾ ਰਹੇ ਆ। ਸਾਰਾ ਟੋਟਲ ਐਸਟੀਮੇਟ ਕੁਝ ਦਿਨਾਂ 'ਚ ਪਹੁੰਚ ਜਾਏਗਾ। ਸਾਰੀ ਭਾਵੇਂ ਉਹ 1 ਕਰੋੜ ਲੱਗੇ, 2 ਲੱਗੇ, 4 ਲੱਗੇ, ਜਿੰਨੀ ਵੀ ਸੇਵਾ ਹੋਏਗੀ ਉਹ ਸਾਰੀ ਸੇਵਾ ਉਹ ਕਰਾਉਣਗੇ। ਇਹ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਮੈਂ ਕੁਦਰਤੀ ਉਹਨਾਂ ਦੇ ਦੇਖਣ ਗਈ ਸੀ, ਉਹਨਾਂ ਲਾਇਆ ਸੀ ਤੇ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਵੀ ਲਾਉਣਾ ਚਾਹੁੰਦੇ ਹਾਂ ਤੇ ਇਹਦਾ ਐਸਟੀਮੇਟ ਕਿੰਨਾ ਖਰਚਾ ਆਇਆ ਸੀ। ਉਹਨਾਂ ਨੇ ਕਿਹਾ ਕਿ ਸੇਵਾ ਹੀ ਮੇਰੀ ਝੋਲੀ 'ਚ ਪਾ ਦਿਓ, ਔਰ ਜੋ ਦੀ ਬੈਸਟ ਕੰਪਨੀ ਹੋਏਗੀ, ਜੋ ਬੈਸਟ ਢੰਗ ਨਾਲ ਹੋਏਗਾ ਅਸੀਂ ਉਹ ਕਰਾਂਗੇ। ਮੈਂ ਵਾਹਿਗੁਰੂ ਦਾ ਜਿੱਥੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦੀ ਹਾਂ ਕਿ ਧੰਨ ਗੁਰੂ ਰਾਮਦਾਸ ਜੀ ਨੇ ਇੰਨੀ ਹਿਰਦਿਆਂ ਵਿੱਚ ਵਸ ਕੇ ਸੰਗਤਾਂ ਕੋਲੋਂ ਸੇਵਾ ਲੈ ਰਹੇ ਹੈ। ਮੈਂ ਸਮਝਦੀ ਸਾਡੇ ਵਾਸਤੇ ਇੱਕ ਬੜੀ ਵੱਡੀ ਵਡਿਆਈ ਵੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਵੀ ਹੈ, ਗੁਰੂ ਰਾਮਦਾਸ ਜੀ ਦੀ, ਕਿ ਲੋਕਾਂ ਦੀ ਸ਼ਰਧਾ ਜਿਹੜੀ ਹੈ ਫਿਰ ਉਸੇ ਤਰ੍ਹਾਂ ਬਰਕਰਾਰ ਜਿਹੜੀ ਹੈ। ਕੋਰੋਨਾ ਕੋਵਿਡ ਤੋਂ ਬਾਅਦ ਜਿੰਨੀ ਨੁਕਸਾਨ ਹੋ ਰਿਹਾ ਸੀ ਸਾਡਾ, ਜਿੰਨਾ ਬੜਾ ਅਸੀਂ ਪਰੇਸ਼ਾਨ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ। ਜਿੱਥੇ ਕਿ ਬੀਬੀ ਜਗੀਰ ਕੌਰ ਨੇ 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੇ ਘਟਨਾਕ੍ਰਮ ਦੀ ਨਿੰਦਾ ਕੀਤੀ, ਉੱਥੇ ਹੀ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਤੁਰੰਤ ਰਿਹਾਈ ਦੀ ਵੀ ਮੰਗ ਕੀਤੀ। ਉੱਥੇ ਹੀ ਨਵਜੀਤ ਸਿੰਘ ਦੀ ਮੌਤ ਤੇ ਦੁੱਖ ਵੀ ਪ੍ਰਗਟ ਕੀਤਾ ਤੇ ਨਾਲ ਹੀ ਉਹਨਾਂ ਨੇ ਭਾਈ ਰਾਜੂਆਣਾ ਦੀ ਰਿਹਾਈ ਦੀ ਮੰਗ ਕੀਤੀ ਤੇ ਉਹਨਾਂ ਦੇ ਵਕੀਲ ਦੀ 11 ਲੱਖ ਰੁਪਏ ਪ੍ਰਤੀ ਪੇਸ਼ੀ ਫੀਸ ਦਾ ਬਿੱਲ ਵੀ ਪਾਸ ਕੀਤਾ। ਤੇ ਉੱਥੇ ਹੀ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸੋਲਰ ਪਲਾਂਟ ਲਗਾ ਕੇ ਅਗਲੇ 25 ਸਾਲ ਸਾਂਭ ਸੰਭਾਲ ਦੀ ਸੇਵਾ ਬਾਰੇ ਵੀ ਦੱਸਿਆ ਤੇ ਉੱਥੇ ਹੀ ਦੱਸਿਆ ਕਿ ਸੋਲਰ ਪਲਾਂਟ ਲਗਾਉਣ ਨਾਲ 60 ਲੱਖ ਰੁਪਏ ਪ੍ਰਤੀ ਮਹੀਨੇ ਦੀ ਬਿਜਲੀ ਦੇ ਬਿੱਲ ਦੀ ਬਚਤ ਵੀ ਹੋਵੇਗੀ। ਤੇ ਉੱਥੇ ਹੀ ਉਹਨਾਂ ਨੇ ਸਟੀਮ ਕਿਚਨ ਦੀ ਸੇਵਾ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਵੱਲੋਂ ਕੀਤੀ ਜਾਣ ਦੀ ਸ਼ਲਾਘਾ ਵੀ ਕੀਤੀ। ਇੱਕ ਸਾਡੇ ਸ਼ੋਕ ਬੱਤੇ ਇੱਕ ਦੋ ਸੀਗੇ, ਜਿਸ ਤਰ੍ਹਾਂ ਭਾਈ ਅਮਰਜੀਤ ਸਿੰਘ ਜੀ ਗੁਲਸ਼ਨ ਸਾਹਿਬ ਚੜ੍ਹਾਈ ਕਰ ਗਏ, ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੂਜਾ 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ ਉਹਦੀ ਨਿੰਦਾ ਵੀ ਕੀਤੀ ਤੇ ਜਿਹੜੇ ਉੱਥੇ ਗ੍ਰਿਫਤਾਰ ਕੀਤੇ ਗਏ ਹੈ ਤੇ ਸਾਰੇ ਸਰਬਸੰਮਤੀ ਨਾਲ ਇਹ ਪਾਸ ਕੀਤਾ ਕਿ ਉਹਨਾਂ ਨੂੰ ਤੁਰੰਤ ਰਿਹਾਈ ਕੀਤੀ ਜਾਵੇ। ਤੇ ਜਿਹੜੇ ਕੋਈ ਉੱਥੇ ਗੋਲੀ ਨਾਲ ਜਿਸ ਨੂੰ ਮਾਰਿਆ ਗਿਆ, ਜਿਸ ਤਰ੍ਹਾਂ ਨਵਦੀਪ ਸਿੰਘ ਆਪਣਾ ਲੜਕੇ ਨੂੰ ਜਿਸ ਦੀ ਜਾਨ ਗੋਲੀ ਨਾਲ ਵੀ ਗਈ ਹੈ, ਤੇ ਜਿਹੜੇ ਵੈਸੇ ਵੀ ਜਾਨਾਂ ਚਲੀਆਂ ਗਈਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ ਤੇ ਸ਼ੋਕ ਮਤਾ ਉਹਨਾਂ ਦੇ ਪਰਿਵਾਰਾਂ ਨੂੰ ਭੇਜਣ ਵਾਸਤੇ ਪਾਸ ਕੀਤਾ ਗਿਆ। ਦੂਜੀ ਗੱਲ ਹੈਗੀ ਹੈ ਕਿ ਜੋ ਭਾਈ ਰਾਜੂਆਣਾ ਸਾਹਿਬ ਕਾਫੀ ਚਿਰ ਤੋਂ ਜੇਲ੍ਹ ਵਿੱਚ ਹੈ ਤੇ ਉਹਨਾਂ ਦਾ ਤੁਰੰਤ ਫੈਸਲਾ ਕਰੇ ਸਰਕਾਰ, ਤੁਰੰਤ ਉਹਨਾਂ ਦੀ ਰਿਹਾਈ ਕਰੇ, ਉਹਦੇ ਸੰਬੰਧ ਵਿੱਚ ਜਿਹੜਾ ਉਹ ਮਤਾ ਕੀਤਾ ਗਿਆ। ਇੱਕ ਉਹਨਾਂ ਦੀ ਫੀਸ ਵਾਸਤੇ, ਕਿਉਂਕਿ ਅਸੀਂ ਹਰ ਮਹੀਨੇ ਜਾਂ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਏ ਫੀਸ ਦਿੰਦੇ ਹਾਂ। ਇਸ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਜੀ, ਉਹਨਾਂ ਦੀ ਵੀ ਹਰ ਪੇਸ਼ੀ ਦਾ ਅਸੀਂ ਵਕੀਲ ਨਾਲ ਕੀਤਾ, ਉਹਨਾਂ ਦਾ ਵੀ 11 ਲੱਖ ਰੁਪਇਆ ਤੇ ਉਹਨਾਂ ਦੀ ਜਿਹੜੀ ਆਈ ਸੀ ਫੀਸ ਉਹ ਵੀ ਪਾਸ ਕੀਤੀ ਗਈ ਹੈ। ਭਾਈ ਰਾਜੂਆਣਾ ਸਾਹਿਬ ਜੀ ਦੀ ਕਿ ਵਕੀਲ ਨੂੰ ਫੀਸ ਦੇਣੀ ਹੈ, ਉਹ ਵੀ ਕਿਉਂਕਿ ਅਸੀਂ ਇਹ ਜਿਹੜਾ ਪੱਕਾ ਹੀ ਬਣਾਇਆ ਹੋਇਆ ਕਿ ਜਦੋਂ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ ਉਹਨਾਂ ਨੇ ਸਾਡੇ ਕੋਲ ਮੰਗਿਆ ਹੋਇਆ ਕਿ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਇਆ ਭਾਈ ਰਾਜੂਆਣਾ ਸਾਹਿਬ ਜੀ ਦੀ ਪੇਸ਼ੀ ਤੇ ਵਕੀਲ ਨੂੰ ਦੇਣਾ ਪੈਂਦਾ। ਉਹ ਆਇਆ ਸੀ ਬਿੱਲ, ਉਹ ਪਾਸ ਕੀਤੇ ਗਏ। ਇੱਕ ਜਿਹੜਾ ਸਾਨੂੰ ਆਫਰ ਆਈ ਸੀ, ਮੈਂ ਪਿੱਛੇ ਐਲਾਨ ਕੀਤਾ ਸੀਗਾ ਕਿ ਸੋਲਰ ਲਗਾਉਣੇ ਹੈ। ਬੜੀ ਖੁਸ਼ੀ ਦੀ ਗੱਲ ਹੈ, ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਦਿੰਦੀ ਹੈ ਕਿ ਇਸ ਅਸਥਾਨ ਦੇ ਨਾਲ, ਇਸ ਸੰਸਥਾ ਦੇ ਨਾਲ ਜਾਂ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਸਿੱਖ ਸੰਗਤਾਂ ਦੁਨੀਆ ਵਿੱਚ ਬੈਠੀਆਂ ਕਿੰਨਾ ਮੋਹ ਰੱਖਦੀਆਂ ਤੇ ਕਿੰਨੀ ਸ਼ਰਧਾ ਰੱਖਦੀਆਂ। ਉੱਥੇ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਵਿੱਚ ਹੈ। ਮੇਰਾ ਕਾਫੀ ਉਹਨਾਂ ਦੇ ਨਾਲ ਰਾਬਤਾ ਹੋਇਆ, ਉਹਨਾਂ ਨੇ ਈਮੇਲਾਂ ਰਾਹੀਂ ਸੰਪਰਕ ਕੀਤਾ ਕਿ ਸਾਨੂੰ ਤੁਸੀਂ ਇਹ ਸਾਰੀ ਸੇਵਾ ਦਿਓ। ਨੂੰ ਕਾਲ ਕੀਤਾ ਹੋਇਆ, ਟਾਟਾ ਵਰਗੀਆਂ ਕੰਪਨੀਆਂ, ਦੂਜੀਆਂ ਕੰਪਨੀਆਂ ਸਾਰੀਆਂ ਪਹੁੰਚ ਰਹੀਆਂ ਤੇ ਦੀ ਬੈਸਟ ਢੰਗ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਦਾ ਕੰਮ ਜਿਹੜਾ ਕਰਵਾਇਆ ਜਾ ਰਿਹਾ ਤੇ ਉਹਨਾਂ ਵੱਲੋਂ ਇੱਕ ਬੜੀ ਖੁਸ਼ੀ ਨਾਲ ਆਫਰ ਕੀਤੀ ਗਈ ਹੈ ਕਿ 25 ਸਾਲ 20 ਸਾਲ ਜਿੰਨਾ ਵੀ ਮੇਨਟੇਨੈਂਸ ਹੋਵੇ ਉਹ ਸਾਡੀ ਹੀ ਸੁਸਾਇਟੀ ਕਰੇਗੀ, ਇਹ ਸਾਡੀ ਸੰਸਥਾ ਕਰੇਗੀ ਤੇ ਪੂਰਾ ਖਰਚ ਭਾਵੇਂ ਉਹ 10 ਕਰੋੜ ਦਾ ਹੋ ਜੇ, ਭਾਵੇਂ 7 ਦਾ ਹੋਵੇ, 20 ਦਾ ਹੋਵੇ, ਸਾਰਾ ਖਰਚ ਜਿਹੜਾ ਉਹ ਸਾਡੀ ਸੰਸਥਾ ਕਰੇਗੀ ਤੇ ਸਾਡੇ ਧੰਨ ਭਾਗ ਹੋਣਗੇ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਦਾ ਸੇਵਾ ਕਰ ਸਕੀਏ। ਜਿਹਦੇ ਨਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਤਕਰੀਬਨ 60 ਕੁ ਲੱਖ ਦੇ ਕਰੀਬ ਵੀ ਕਈ ਵਾਰੀ ਮਹੀਨੇ ਦਾ ਖਰਚਾ ਆ ਜਾਂਦਾ, ਬਿਜਲੀ ਦਾ ਵੱਧ ਵੀ ਆ ਜਾਂਦਾ, ਸਰਦੀ ਹੋਵੇ ਘੱਟ ਵੀ ਆ ਜਾਂਦਾ। ਸੋ ਇਹ ਸਾਰੀ ਐਵਰੇਜ ਹਿਸਾਬ ਪਾ ਲਈਏ ਤੇ 60 ਕੁ ਲੱਖ ਰੁਪਇਆ ਮਹੀਨੇ ਦਾ ਖਰਚ ਜਿਹੜਾ ਉਹ ਸਾਡੀ ਬਚਤ ਹੋਏਗੀ
ਜਿਹਦੇ ਨਾਲ ਸਾਨੂੰ ਇੱਕ ਬੜਾ ਵੱਡਾ ਫਾਇਦਾ ਹੋਏਗਾ। ਤੇ ਇਸ ਸੰਸਥਾ ਦੇ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ, ਧੰਨਵਾਦ ਵੀ ਕੀਤਾ ਸਾਰਿਆਂ ਨੇ, ਤੇ ਬੜੇ ਹੀ ਸਤਿਕਾਰ ਦੇ ਨਾਲ ਹਰ ਇੱਕ ਨੇ ਗੱਲ ਕਹੀ ਹੈ ਕਿ ਇਹ ਸਾਡੇ ਵਾਸਤੇ ਖੁਸ਼ਕਿਸਮਤੀ ਹੈ। ਔਰ ਬਹੁਤ ਜਲਦੀ 13 ਤਰੀਕ ਨੂੰ ਇੱਥੇ ਪਹੁੰਚ ਰਹੇ ਹੈ ਤੇ ਆ ਕੇ ਆਪਣਾ ਕਾਰੋਬਾਰ ਉਹਨਾਂ ਸ਼ੁਰੂ ਕਰ ਦੇਣਾ। ਉਹਨਾਂ ਨੇ ਇੰਜੀਨੀਅਰ ਸਾਰੇ ਡਿਪਿਊਟ ਕਰ ਦਿੱਤੇ ਹੈ, ਉਹ ਸਾਰੇ ਇੰਜੀਨੀਅਰ ਆਪਣੀ ਫੰਕਸ਼ਨਿੰਗ ਕਰ ਰਹੇ ਹੈ। ਸਾਰੀਆਂ ਸਾਡੀਆਂ ਛੱਤਾਂ ਵੀ ਦੇਖ ਲਈਆਂ ਕਿ ਅਸੀਂ ਕਿੱਥੇ ਲਾ ਸਕਦੇ ਹਾਂ, ਕਿੰਨਾ ਲੱਗ ਸਕਦਾ। ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰੇ ਦੀਆਂ ਸਾਰੇ ਸਰਾਵਾਂ ਵੀ ਵੇਖ ਲਈਆਂ, ਇੱਧਰ ਵੀ ਵੇਖ ਲਈਆਂ ਵੀ ਕੋਈ ਸਾਡੀ ਬਿਲਡਿੰਗ ਹੈ ਇਹਦੀ ਗੈਟਅਪ ਨੂੰ ਵੀ ਨਾ ਫਰਕ ਪਵੇ ਤੇ ਸਾਡਾ ਕੰਮ ਵੀ ਜਿਹੜਾ ਹੋ ਜਾਵੇ। ਇੱਕ ਜਿਹੜਾ ਸਟੀਮ ਕਿਚਨ ਦੀ ਗੱਲ ਕੀਤੀ ਸੀ, ਉਹਦੀ ਵੀ ਕਾਰਵਾਈ ਸਾਡੀ ਚੱਲ ਪਈ ਹੈ। ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਉਹਨਾਂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਾਰੀ ਸੇਵਾ ਅਸੀਂ ਕਰਾਵਾਂਗੇ। ਉਹ 'ਤੇ ਕਿੰਨਾ ਖਰਚ ਆਉਂਦਾ ਹੈ ਉਹਦਾ ਐਸਟੀਮੇਟ ਲੱਗ ਰਿਹਾ ਹੈ ਜਰਮਨ ਤੋਂ, ਕਿਉਂਕਿ ਉਹ ਸਾਰੀਆਂ ਮਸ਼ੀਨਾਂ ਮੰਗਾ ਰਹੇ ਆ। ਸਾਰਾ ਟੋਟਲ ਐਸਟੀਮੇਟ ਕੁਝ ਦਿਨਾਂ 'ਚ ਪਹੁੰਚ ਜਾਏਗਾ। ਸਾਰੀ ਭਾਵੇਂ ਉਹ 1 ਕਰੋੜ ਲੱਗੇ, 2 ਲੱਗੇ, 4 ਲੱਗੇ, ਜਿੰਨੀ ਵੀ ਸੇਵਾ ਹੋਏਗੀ ਉਹ ਸਾਰੀ ਸੇਵਾ ਉਹ ਕਰਾਉਣਗੇ। ਇਹ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਮੈਂ ਕੁਦਰਤੀ ਉਹਨਾਂ ਦੇ ਦੇਖਣ ਗਈ ਸੀ, ਉਹਨਾਂ ਲਾਇਆ ਸੀ ਤੇ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਵੀ ਲਾਉਣਾ ਚਾਹੁੰਦੇ ਹਾਂ ਤੇ ਇਹਦਾ ਐਸਟੀਮੇਟ ਕਿੰਨਾ ਖਰਚਾ ਆਇਆ ਸੀ। ਉਹਨਾਂ ਨੇ ਕਿਹਾ ਕਿ ਸੇਵਾ ਹੀ ਮੇਰੀ ਝੋਲੀ 'ਚ ਪਾ ਦਿਓ, ਔਰ ਜੋ ਦੀ ਬੈਸਟ ਕੰਪਨੀ ਹੋਏਗੀ, ਜੋ ਬੈਸਟ ਢੰਗ ਨਾਲ ਹੋਏਗਾ ਅਸੀਂ ਉਹ ਕਰਾਂਗੇ। ਮੈਂ ਵਾਹਿਗੁਰੂ ਦਾ ਜਿੱਥੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦੀ ਹਾਂ ਕਿ ਧੰਨ ਗੁਰੂ ਰਾਮਦਾਸ ਜੀ ਨੇ ਇੰਨੀ ਹਿਰਦਿਆਂ ਵਿੱਚ ਵਸ ਕੇ ਸੰਗਤਾਂ ਕੋਲੋਂ ਸੇਵਾ ਲੈ ਰਹੇ ਹੈ। ਮੈਂ ਸਮਝਦੀ ਸਾਡੇ ਵਾਸਤੇ ਇੱਕ ਬੜੀ ਵੱਡੀ ਵਡਿਆਈ ਵੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਵੀ ਹੈ, ਗੁਰੂ ਰਾਮਦਾਸ ਜੀ ਦੀ, ਕਿ ਲੋਕਾਂ ਦੀ ਸ਼ਰਧਾ ਜਿਹੜੀ ਹੈ ਫਿਰ ਉਸੇ ਤਰ੍ਹਾਂ ਬਰਕਰਾਰ ਜਿਹੜੀ ਹੈ। ਕਰੋਨਾ ਕੋਵਿਡ ਤੋਂ ਬਾਅਦ ਜਿੰਨੀ ਨੁਕਸਾਨ ਹੋ ਰਿਹਾ ਸੀ ਸਾਡਾ, ਜਿੰਨਾ ਬੜਾ ਅਸੀਂ ਪਰੇਸ਼ਾਨ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ। ਔਰ ਕਈ ਪਰਿਵਾਰਾਂ ਨੇ ਇੱਥੇ ਸ਼ਰਧਾ ਦੇ ਨਾਲ ਆ ਕੇ ਸੇਵਾ ਦੇ ਵਿੱਚ ਵੱਡੀਆਂ ਵੀ ਸੇਵਾਵਾਂ ਪਾਈਆਂ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਸੋ ਮੈਂ ਸਮਝਦੀ ਹਾਂ ਕਿ ਸਾਡੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਜਲਦੀ ਤਿਆਰ ਹੋਣਗੀਆਂ ਤੇ 100 ਸਾਲਾ ਸ਼ਤਾਬਦੀ ਆ ਰਹੀ ਹੈ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ। ਉਹਦੇ ਸੰਬੰਧ ਵਿੱਚ ਸਾਰਾ ਫੈਸਲਾ ਕੀਤਾ ਗਿਆ ਕਿ ਜਿਹੜਾ ਭਾਈ ਲਛਮਣ ਸਿੰਘ ਜੀ ਦਾ ਪਰਿਵਾਰ ਹੈ, ਸਾਰਾ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਗੋਦਰਪੁਰ ਨਗਰ ਵਿੱਚ ਵਸ ਰਿਹਾ। ਉਹ ਸਾਰੀ ਅਸੀਂ ਪੜਤਾਲ ਕਰ ਲਈ ਹੈ। ਸਾਰਾ ਉਹਨਾਂ ਨੇ ਆ ਕੇ ਦੱਸਿਆ। ਉਹਨਾਂ ਦੇ ਇੱਕ ਪੋਤਰਾ ਇੱਥੇ ਐਸਪੀ, ਪੜਪੋਤਰਾ ਇੱਥੇ ਐਸਪੀ ਵੀ ਲੱਗੇ ਹੋਏ ਹੈ। ਉਹਨਾਂ ਦੇ ਸਾਰੇ ਪਰਿਵਾਰ ਦੀ ਅਸੀਂ ਕਾਫੀ 3-4 ਮਹੀਨੇ ਤੋਂ ਲਗਾਤਾਰ ਲੱਗੇ। ਭਾਰਤ ਸਰਕਾਰ ਨਹੀਂ ਫੈਸਲਾ ਕਰ ਰਹੀ। ਭਾਰਤ ਸਰਕਾਰ ਸਿੱਖ ਵਿਰੋਧੀ ਹੈ, ਪਹਿਲਾਂ ਸਾਡੇ ਨਾਲ ਸੀ। ਦੇਖੋ ਭਾਰਤ ਦੀ ਸਰਕਾਰ ਸਾਡੀ ਹੈ, ਸਾਡੀ ਸਾਰਿਆਂ ਦੀ ਹੈ। ਭਾਰਤ ਸਰਕਾਰ ਜਿਹੜੀ ਹੈ ਸਾਡੀ ਸਾਰਿਆਂ ਦੀ ਹੈ। ਜਦੋਂ ਅਸੀਂ ਸਰਕਾਰ ਦੇ ਵਿੱਚ ਭਾਈਵਾਲ ਸੀ, ਅਸੀਂ ਉਦੋਂ ਵੀ ਗੱਲ ਇਹ ਨਹੀਂ ਕਿ ਅਸੀਂ ਰਾਜੋਆਣ ਦੀ ਗੱਲ ਨਹੀਂ ਕੀਤੀ, ਜਾਂ ਅਸੀਂ ਕਰਦੇ ਆਏ ਹਾਂ। ਜਿਹੜੇ ਵੀ ਕੋਈ ਵਾਧੇ ਧੱਕੇ ਹੋਏ ਹੈ ਭਾਰਤ ਸਰਕਾਰ ਨਹੀਂ ਕਰਦੀ, ਅਸੀਂ ਉਹਨਾਂ ਦੀ ਗੱਲ ਉਠਾਉਂਦੇ ਹਾਂ। ਇਹ ਮਤ ਸੋਚੀਏ ਕਿ ਜੇ ਸਰਕਾਰ ਵਿੱਚ ਸਾਡਾ ਮੰਤਰੀ ਬੈਠਾ ਸੀ ਤੇ ਅਸੀਂ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ, ਅਸੀਂ ਕੋਈ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ, ਅਸੀਂ ਪੰਜਾਬ ਦੇ ਹੋਏ ਤਸ਼ੱਦਦ ਦੀ ਗੱਲ ਨਹੀਂ ਕੀਤੀ। ਜੇ 84 ਦੇ ਕਤਲ ਹੋਏ ਸੀ ਉਹਨਾਂ ਵਾਸਤੇ ਵੀ ਸਜ਼ਾਵਾਂ ਦੀ ਗੱਲ ਕੀਤੀ ਹੈ, ਉਹਨਾਂ ਦੀ ਵੀ ਪੈਰਵਾਈ ਕੀਤੀ ਹੈ, ਪੂਰੇ ਤਰ੍ਹਾਂ ਨਾਲ ਸਜ਼ਾਵਾਂ ਵੀ ਦਵਾਈਆਂ ਔਰ ਉਹਨਾਂ ਦੇ ਕੇਸ ਵਾਪਸ ਵੀ ਖੁਲਵਾਏ ਹੈ। ਜੇ ਕਿਤੇ ਵੀ ਕੋਈ ਭੀੜ ਬਣੀ ਹੈ ਜਾਂ ਪੀੜਾ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਵਿੱਚ ਬੈਠੇ ਸੀ ਜਾਂ ਵਜ਼ੀਰ ਬੈਠੇ ਸੀ, ਉਹਨਾਂ ਨੇ ਦੁਹਾਈ ਪਾ ਕੇ ਉਹਨਾਂ ਗੱਲਾਂ ਨੂੰ ਹੱਲ ਕਰਾਇਆ। ਔਰ ਜੇ ਕਿਤੇ ਇੱਥੇ GST ਲੱਗ ਗਈ ਤਾਂ ਅਸੀਂ ਕਹਿ ਕੇ ਕਰਾਇਆ, ਜੇ ਕੋਈ ਵੀ ਗੱਲ ਹੈ ਇੱਥੇ FSR ਲੈਣੀ ਸੀ ਉਹ ਤਾਂ ਅਸੀਂ ਕਹਿ ਕੇ ਕਰਾਇਆ। ਸੋ ਜਦੋਂ ਸੈਂਟਰ ਵਿੱਚ ਬੈਠੇ ਸੀ ਅਸੀਂ ਸੈਂਟਰ ਦਾ ਕੰਮ ਵੀ ਕੀਤਾ। ਹੁਣ ਵੀ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਗੱਲ ਨੂੰ ਉੱਚੀ ਚੁੱਕ ਕੇ, ਜਿੱਥੇ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਹੈ ਉੱਥੇ ਵਜ਼ੀਰੀਆਂ ਤੋਂ ਅਸਤੀਫੇ ਵੀ ਦਿੱਤੇ ਹੈ। ਜਿੱਥੇ ਸਾਨੂੰ ਧੱਕਾ ਹੋਇਆ ਅਸੀਂ ਉੱਥੇ ਅਸਤੀਫੇ ਵੀ ਦਿੱਤੇ ਹੈ। ਅਸੀਂ ਛੱਡ ਕੇ ਵੀ ਆਏ ਹਾਂ। ਇਹ ਨਹੀਂ ਕੋਈ ਗੱਲ ਕਿ ਅਸੀਂ ਉਹਨਾਂ ਦੇ ਪਿੱਛੇ ਲੱਗੇ ਹਾਂ। ਜੇ ਸਾਡੇ ਨਾਲ ਧੱਕਾ ਕਰਨਗੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਭਾਵੇਂ ਕੋਈ ਵੀ ਸਰਕਾਰ ਹੋਵੇ। ਪ੍ਰਧਾਨ ਜੀ, ਸੁਪਰੀਮ ਕੋਰਟ ਵੱਲੋਂ ਹਦਾਇਤ ਕੀ ਦਿੱਤੀ ਗਈ ਹੈ ਸੈਂਟਰ ਗਵਰਨਮੈਂਟ ਨੂੰ? ਇਹੀ ਹੈ ਕਿ ਇਹਨਾਂ ਦੀ ਜਿਹੜੀ ਜੇ ਸਜ਼ਾ ਪੂਰੀ ਹੋ ਗਈ ਹੈ, ਉਹਨਾਂ ਨੇ ਤੇ ਇਹ ਗੱਲ ਕਹੀ ਫਾਂਸੀ ਦੀ ਸੀ ਨਾ ਜੀ, ਫਾਂਸੀ ਦੀ ਸੀ। ਫਾਂਸੀ ਦੇ ਸੁਪਰੀਮ ਕੋਰਟ ਨੇ ਮੁੜ ਕੇ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ। ਮੋਦੀ ਸਾਹਿਬ ਨੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ, ਉਸ ਵਿੱਚ ਕੋਈ ਵਫਦ ਮਿਲੂਗਾ ਸ਼੍ਰੋਮਣੀ ਕਮੇਟੀ ਦਾ ਜਾਂ ਲਿਖਤੀ ਤੌਰ ਤੇ ਕੋਈ ਭੇਜਿਆ ਜਾਊਗਾ? ਦੇਖੋ, ਵਫਦ ਰਿਹਾਈ ਵਾਸਤੇ ਫਿਲਹਾਲ ਤੇ ਅਸੀਂ ਵਕੀਲ ਕੀਤੇ ਹੋਏ ਆ, ਦਿੱਲੀ ਕਮੇਟੀ ਵੱਲੋਂ ਕਰਵਾ ਦਿੱਤੇ, ਕਿਉਂਕਿ ਉੱਥੇ ਲਾਗੇ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਲਾਈ ਸੀ ਸ਼੍ਰੋਮਣੀ, ਉੱਥੇ ਜਿਹੜਾ ਦਿੱਲੀ ਅਕਾਲੀ ਦਲ ਹੈ ਉਹਨਾਂ ਦੀ ਡਿਊਟੀ ਲਾਈ ਹੈ। ਉਹ ਸਾਰੇ ਕੇਸ ਉੱਤੇ ਲਾਗੇ ਲੜ ਰਹੇ ਹੈ। ਸਾਰੇ ਵਕੀਲ ਜਿਹੜੇ ਉਹਨਾਂ ਕੀਤੇ ਹੋਏ ਹੈ। 3 ਦੀ ਰਿਹਾਈ ਹੋ ਗਈ ਹੈ, ਬਾਕੀ ਜਿਹੜੀ ਰਿਹਾਈ ਕਰਾਉਣ ਵਾਸਤੇ ਉਹ ਆਪਣੀ ਕੇਸ ਲੜ ਰਹੇ ਹੈ। ਰਾਜ ਸਭਾ 'ਚ ਕੱਲ ਮੋਦੀ ਜੀ ਨੇ ਕਿਹਾ ਸਿੱਖਾਂ ਦੀਆਂ ਸੇਵਾਵਾਂ ਤੇ ਜਿਹੜਾ ਹੈਗਾ ਮਾਣ ਦੇਸ਼ ਨੂੰ, ਉਹਨਾਂ ਨੂੰ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਜੇ ਕਿ ਸਿੱਖਾਂ ਦੀਆਂ ਕੁਰਬਾਨੀਆਂ ਦੇ ਉੱਤੇ ਉਹਨਾਂ ਨੂੰ ਮਾਣ ਹੈ, ਤਾਂ ਮੇਰਾ ਖਿਆਲ ਹੈ ਕਿ ਸਿੱਖ ਕਦੀ ਇੰਨਾ ਰੌਲਾ ਨਾ ਪਾਉਣਾ ਪੈ ਜੇ, ਇੰਨੀ ਬੇਇਨਸਾਫੀ ਦੀ ਗੱਲ ਨਾ ਕਹਿਣੀ ਪਵੇ। ਜੋ ਧੱਕੇ ਜੋ ਜੁਰਮ ਸਾਡੇ ਨਾਲ ਹੋ ਰਹੇ ਹੈ, ਫਿਰ ਸਾਨੂੰ
ਸੰਗ ਪਾੜ ਕੇ ਬਾਰ-ਬਾਰ ਨਾ ਕਹਿਣਾ ਪਵੇ। ਪ੍ਰਧਾਨ ਮੰਤਰੀ ਜੀ ਨੂੰ ਜੇ ਇਸ ਗੱਲ ਦਾ ਗਿਆਨ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ, ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਜਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਆਜ਼ਾਦ ਹੋਏ ਹਾਂ, ਤੇ ਮੇਰਾ ਖਿਆਲ ਹੈ ਉਹਨਾਂ ਨੂੰ ਤੇ 1 ਮਿੰਟ ਨਹੀਂ ਲਾਉਣਾ ਚਾਹੀਦਾ। ਜੋ ਅੱਜ ਕਿਸਾਨੀ ਮੁੱਦਾ ਹੈ, ਜੇ ਉਹਦੇ ਵਾਸਤੇ ਆਵਾਜ਼ ਉੱਠ ਰਹੀ ਹੈ, ਤੇ ਕਿਸਾਨ ਇੱਕ ਸਿੱਖ ਵੀ ਹੈ, ਕਿਸਾਨ ਇੱਕ ਪੰਜਾਬੀ ਵੀ ਹੈ, ਕਿਸਾਨ ਹਿੰਦੁਸਤਾਨੀ ਵੀ ਹੈ, ਦੇਸ਼ਵਾਸੀ ਵੀ ਹੈ, ਤੇ ਭਾਰਤ ਦੇ ਲੋਕਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਤੇ ਅੱਜ ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਇਹ ਫੈਸਲੇ ਕਰਨੇ ਚਾਹੀਦੇ ਹੈ ਜਿਨ੍ਹਾਂ ਨੂੰ ਲੋਕਾਂ ਨੇ ਦਿਲਾਂ ਨੂੰ ਜਿਹੜਾ ਉਹ ਸ਼ਾਂਤੀ ਮਿਲ ਸਕੇ। ਉਹਨਾਂ ਨੇ ਤੇ ਫਿਰ ਕਿਹਾ ਪ੍ਰਧਾਨ ਮੰਤਰੀ ਨੇ ਵੀ ਸਿੱਖਾਂ ਕਿਸਾਨਾਂ ਦੇ ਹੱਕ ਚ ਜਿਹੜੇ ਲਾਭ ਮਿਲੇਗਾ, ਦੇਖੋ ਜੇ ਨਹੀਂ, ਉਹ ਤੇ ਬਾਰ-ਬਾਰ ਕਹੀ ਜਾ ਰਹੇ ਹੈ, ਜੇ ਹੱਕ 'ਚ ਹੋਣ ਤੇ ਇਹਨਾਂ ਨੂੰ ਚਾਅ ਹੁੰਦਾ ਕਿ ਇਹਨੇ ਲੋਕ ਜਿਹੜੇ ਆਪਣੀਆਂ ਜਾਨਾਂ ਗਵਾਉਂਦੇ, ਜੇ ਹੱਕ 'ਚ ਹੋਣ ਤੇ ਹੁਣ ਤੇ ਇਕੱਲੇ ਪ੍ਰਧਾਨ ਮੰਤਰੀ ਜੀ ਦੀ ਗੱਲ ਨਹੀਂ ਰਹਿ ਗਈ, ਹੁਣ ਤੇ ਮੁਲਕਾਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਹੱਕ 'ਚ ਨਹੀਂ। ਇਹ ਵੀ ਕਿਹਾ ਜੀ ਸਿੱਖ ਗੁੰਮਰਾਹ ਹੋ ਰਹੇ ਆ। ਚਲੋ ਦੇਖੋ ਜੀ, ਗੱਲ ਇਹ ਸਿੱਖਾਂ ਦੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਲੜਾਈ ਨਹੀਂ ਹੈ, ਇਹ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ। ਇਹ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਹੈ। ਸਿੱਖਾਂ ਦੀ ਲੜਾਈ ਜਿਹੜੀ ਹੁੰਦੀ ਹੈ, ਅਸੀਂ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮਜਦ ਮੋਰਚੇ ਲਾ ਕੇ ਗੁਰਦੁਆਰਾ ਸੁਧਾਰ ਲਾ ਕੇ ਅਸੀਂ ਲੜ ਲਈਆਂ ਨੇ, ਅਸੀਂ ਕੁਰਬਾਨੀਆਂ ਦੇ ਲਈਆਂ ਨੇ, ਔਰ ਜਿੱਥੇ ਸਿੱਖਾਂ ਦੇ ਮਸਲੇ ਹੋਣਗੇ ਅਸੀਂ ਲੜਾਈਆਂ ਕਰਾਂਗੇ, ਅਸੀਂ ਜੁਰਤ ਨਾ ਕਰਾਂਗੇ। ਪਰ ਇਹ ਕਿਸਾਨਾਂ ਦਾ ਮੁੱਦਾ ਹੈ, ਇਕੱਲਾ ਆਪਾਂ ਇਹ ਨਾ ਕਹੀਏ ਕਿ ਸਿੱਖਾਂ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁੱਦਾ ਹੈ। ਇਹ ਦੇਸ਼ ਦੇ ਕਿਸਾਨਾਂ ਦਾ ਮੁੱਦਾ ਲੈ ਕੇ ਤੁਰੋ, ਇਹਨੂੰ ਇਕੱਲੇ ਸਿੱਖਾਂ ਨਾਲ ਨਾ ਸਮਝੋ ਕਿ ਇਕੱਲੇ ਸਿੱਖਾਂ ਦਾ ਮੁੱਦਾ। ਹਾਂ, ਸਿੱਖ ਜਿਹੜੇ ਆ ਉਹ ਜੂਝ ਕੇ ਲੜਦੇ ਆ ਹਰ ਗੱਲ ਵਾਸਤੇ, ਹੱਕਾਂ ਵਾਸਤੇ, ਤਾਂ ਉਹ ਜ਼ਿਆਦਾ ਦਿਸਦੇ ਉਹਨਾਂ ਨੂੰ ਕਿ ਇਕੱਲੇ ਖਾਲੀ ਸਿੱਖਾਂ ਦਾ ਮਸਲਾ। ਸਿੱਖਾਂ ਦਾ ਮਸਲਾ ਕਿਉਂ ਬਣਾਉਂਦੇ ਆ ਜੀ? ਇਹਨੂੰ ਬਣਾਓ ਦੇਸ਼ ਦੇ ਕਿਸਾਨਾਂ ਦਾ ਮੁੱਦਾ। ਉਹ ਕਹਿੰਦੇ ਕੁਝ ਮੁਜ਼ਾਹਰਾ ਇਹ ਹੈ ਕਿ ਜੋ ਉਹ ਕਰ ਰਹੇ ਹੈ ਅਸੀਂ ਉਹਦੀ ਨਿੰਦਾ ਵੀ ਕਰਦੇ ਹਾਂ, ਔਰ ਉਹ ਗਲਤ ਕਰ ਰਹੇ ਹੈ। ਦੇਸ਼ ਦੇ ਲੋਕਾਂ ਦੇ ਹੱਕ ਮਿਲਣੇ ਚਾਹੀਦੇ ਹੈ। ਦੇਸ਼ ਆਜ਼ਾਦ ਸਾਡੀਆਂ ਕੁਰਬਾਨੀਆਂ ਨਾਲ ਹੀ ਹੋਇਆ। ਜੇ ਦੇਸ਼ ਵਾਸੀਆਂ ਨੂੰ ਅੱਜ ਮਾਣ ਹੈ ਆਪਣੇ ਦੇਸ਼ ਦੀ ਸਰਕਾਰ ਉੱਤੇ, ਤੇ ਦੇਸ਼ ਦੀ ਸਰਕਾਰ ਦਾ ਵੀ ਫਰਜ਼ ਬਣਦਾ ਕਿ ਉਹਨਾਂ ਦੀ ਆਵਾਜ਼ ਨੂੰ ਸੁਣ ਸਕਣ। ਦੇਖੋ, ਜਿਹੜੀ ਜੋਤ ਜਗਦੀ ਹੁੰਦੀ ਨਾ ਜੀ, ਉਹਨੂੰ ਬੁਝਾਉਣਾ ਚਾਹੁੰਦਾ ਹਰ ਕੋਈ। ਸਿੱਖਾਂ ਦੀ ਇਹਦਾ ਮਤਲਬ ਸਿੱਖਾਂ ਦੀ ਧਾਕ ਹੈਗੀ, ਇਹ ਜੋਤ ਤਕੜੀ ਹੈ, ਇਸ ਕਰਕੇ ਉਹਨਾਂ ਤੋਂ ਲੋਕੀ ਡਰਦੇ ਆ। ਅਸੀਂ ਆਪੇ ਕਰ ਲਾਂਗੇ। ਹਾਂਜੀ, ਆ ਜਿਹੜੇ ਲਾਪਤਾ ਹੋਏ ਆ ਉਹਨਾਂ ਦੀ ਸਰਕਾਰ ਨੂੰ ਤੁਰੰਤ ਭਾਲ ਕਰਨੀ ਚਾਹੀਦੀ ਹੈ, ਔਰ ਜੇ ਕੋਈ ਨੁਕਸਾਨ ਹੋਇਆ ਤੇ ਉਹ ਵੀ ਦੇਖਣਾ ਚਾਹੀਦਾ। ਦੋਸ਼ੀ ਕੌਣ ਹੈ ਕੌਣ ਨਹੀਂ ਹੈਗਾ ਉਹ ਹਾਲਾਤ ਉੱਥੇ ਦੱਸ ਸਕਦੇ ਆ। ਮੈਨੂੰ ਤੇ ਪਤਾ ਨਹੀਂ ਹੁੰਦਾ ਵੀ ਦੋਸ਼ੀ ਕੌਣ ਹੈ, ਉੱਥੇ ਕੀ ਹਾਲਾਤ ਬਣੇ ਹੁਣ। ਤੇ ਉਹ ਜਿਹੜੀ ਸਰਕਾਰ ਹੈ ਸਾਰਾ ਕੁਝ ਆਪ ਹੀ ਕਰਾ ਕੇ, ਏਜੰਸੀਆਂ ਨੇ ਆਪ ਕਰਵਾ ਕੇ ਅੱਜ ਦੋਸ਼ੀ ਦੂਜਿਆਂ ਨੂੰ ਕਰਾਰ ਕਰਦੇ ਆ, ਤੇ ਫਿਰ ਸਰਕਾਰ ਕੀ ਕਰਦੀ ਸੀ ਉਸ ਵੇਲੇ? ਸਰਕਾਰ ਨੇ ਕਿਉਂ ਆਪਣੇ ਪ੍ਰਬੰਧ ਜਿਹੜੇ ਸੀਗੇ ਕੀਤੇ, ਉਹ ਤੇ ਆਪ ਹੀ ਦੇਖ ਰਹੇ ਸੀ। ਜਦੋਂ ਜਾ ਰਹੇ ਸੀ ਸਾਰੇ ਕਿਲੇ ਵੱਲ ਨੂੰ ਤੇ ਆਪ ਤੋਰੇ ਸਾਰਿਆਂ ਨੂੰ, ਤੇ ਕਿਲੇ ਤੇ ਜਾਣਾ ਕੋਈ ਪਾਪ ਨਹੀਂ ਸੀਗਾ। ਜੋ ਚਲੇ ਵੀ ਗਏ ਸੀਗੇ, ਜੇ ਉੱਥੇ ਨਿਸ਼ਾਨ ਸਾਹਿਬ ਵੀ ਚੜਾ ਦਿੱਤਾ ਤੇ ਕਿਹੜਾ ਕੋਈ ਪਾਪ ਹੋ ਗਿਆ ਸੀਗਾ? ਐਡਾ ਵੱਡਾ ਜ਼ੁਲਮ ਨਹੀਂ ਕਰਨਾ ਚਾਹੀਦਾ ਕਿ ਇੰਨੀ ਕੁੱਟ, ਇੰਨਾ ਮਾਰ, ਇੰਨਾ ਜ਼ੁਲਮ ਉੱਥੇ ਕੀਤਾ ਗਿਆ। ਉੱਥੇ ਕੋਈ ਵੀ ਸੱਟਾਂ ਲੱਗੀਆਂ, ਮੈਂ ਤੇ ਇਹ ਵੀ ਕਹਿੰਦੀ ਹਾਂ ਕਿ ਜੇ ਸਾਡੇ ਸੈਨਿਕਾਂ ਦੇ ਵੀ ਸੱਟਾਂ ਲੱਗੀਆਂ ਹੋਣ, ਜੇ ਸਾਡੇ ਪੁਲਿਸ ਕਰਮਚਾਰੀਆਂ ਦੇ ਲੱਗੀਆਂ, ਉਹ ਵੀ ਮਾੜੀ ਗੱਲ ਹੈ। ਮੈਂ ਤਾਂ ਇਸ ਗੱਲ ਦੀ ਵੀ ਨਿੰਦਾ ਕਰਦੀ, ਨਹੀਂ ਹੋਣਾ ਚਾਹੀਦਾ ਇਹ ਗੱਲਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉੱਥੇ 100 ਸਾਲਾ ਮਨਾ ਰਹੀ ਹੈ ਜਾ ਕੇ। ਕੀ ਪ੍ਰੋਗਰਾਮ ਕੀ ਨੇ ਜੀ ਉੱਥੇ ਸਮਾਗਮ, ਧਾਰਮਿਕ ਸਮਾਗਮ ਹੀ ਹੋਣਗੇ ਜੀ। ਕਵੀ ਦਰਬਾਰ ਕਹਿ ਲਓ, ਗੁਰਮਤਿ ਸਮਾਗਮ ਕਹਿ ਲਓ, ਜਾਂ ਉੱਥੇ ਜਿਹੜੇ ਸਮਾਗਮ ਲਿਖੇ ਜਾ ਰਹੇ ਆ ਉੱਥੇ ਜਾ ਕੇ ਬਣਾਉਣਗੇ। ਉੱਤਰਾਖੰਡ ਦੇ ਮੁੱਖ ਮੰਤਰੀ 2 ਮਾਰਚ ਨੂੰ ਮੁੜ ਕੇ ਰੱਖਿਆ ਕਿ 2 ਡਿਊਟੀ ਲਾਈ। ਇੱਕ ਚੀਮਾ ਸਾਹਿਬ ਉੱਥੇ ਜਿਹੜੇ ਮੰਤਰੀ ਰਹੇ ਆ, MLA ਸਾਹਿਬ, ਉਹਨਾਂ ਹੀ ਡਿਊਟੀ ਲਾਈ ਹੈ। ਇੱਕ ਅਸੀਂ ਜਿਹੜੇ ਆਏ ਸੀਗੇ ਸੰਤ ਹਰਿਦੁਆਰ ਸਾਹਿਬ ਤੋਂ, ਕੀ ਨਾਮ ਸੀ, ਬਾਬਾ ਗਿਆਨਦੇਵ ਜੀ, ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਆਪ ਵੀ ਜਾ ਕੇ ਮਿਲੋ। ਤੇ ਮੈਂ ਵੀ ਟੈਲੀਫੋਨ ਦੇ ਉੱਤੇ ਕੱਲ ਦੀ ਸੰਪਰਕ ਕਰਦੀ ਸੀ, ਸੰਪਰਕ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਜੋ ਟਾਈਮ ਲੈ ਸਕੀਏ ਤੇ ਅਸੀਂ ਉੱਥੇ, ਕਿਉਂਕਿ ਸਾਨੂੰ ਪਤਾ ਲੱਗੇ ਜਿਹੜੀ ਪਿਛਲੀ ਕਮੇਟੀ ਨੇ ਜੋ ਕੰਮ ਕੀਤਾ ਸੀ ਥੋੜਾ ਜਿਹਾ, ਉਹਦੀ ਅਸੀਂ ਕਾਰਵਾਈ ਪੜ੍ਹੀ ਸੀਗੀ। ਅਸੀਂ ਸੋਚਿਆ ਕਿ ਆਪ ਜਾ ਕੇ ਉਹਨਾਂ ਨੂੰ ਅਸੀਂ ਰਿਕੁਐਸਟ ਕਰੀਏ ਤੇ ਥਾਂ ਦੇਖੀਏ ਵੀ ਕਿਹੜੀ ਉਹ ਕਹਿੰਦੇ ਆ ਵੀ ਤੁਸੀਂ ਇੱਥੇ ਇੰਨੀ ਲੈ ਲਓ, ਇੱਥੇ ਇੰਨੀ ਲੈ ਲਓ, ਜਾ ਕੇ ਦੇਖੀਏ ਸਹੀ। ਮੇਨ ਮਕਸਦ ਇਹ ਹੈ ਵੀ ਗੁਰੂ ਸਾਹਿਬ ਉੱਥੇ ਗਏ, ਜਿੱਥੇ ਉਹ ਜਗ੍ਹਾ ਤੇ ਰਹੇ ਹੈ ਉਹ ਜਗ੍ਹਾ ਕਿੰਨੀ ਕੁ ਹੈ, ਸਾਨੂੰ ਕਿੰਨੀ ਦਿੰਦੇ ਹੈ, ਉਹਦੇ ਜਾਂ ਕੋਈ ਹੋਰ ਸਾਨੂੰ ਜਗ੍ਹਾ ਕਿੱਥੇ ਕੁ ਦਿੰਦੇ ਹੈ, ਉਹ ਸਾਰੀ ਦੇਖਣ ਵਾਸਤੇ। ਜਦ ਤੱਕ ਅਸੀਂ ਆਪ ਨਹੀਂ ਜਾਂਦੇ, ਜਿਹੜਾ ਅਸੀਂ ਕੋਈ 1-2 ਭੇਜ ਦਿੰਦੇ ਹਾਂ